ਗੁੱਡ ਮਾਰਨਿੰਗ ਸਟੂਡੈਂਟਸ ਅੱਜ ਦੇ ਇਸ ਟੌਪਿਕ ਦੇ ਵਿੱਚ ਆਪਾਂ ਆਪਣੇ ਨੈਕਸਟ ਟੌਪਿਕ ਨੂੰ ਕਵਰ ਕਰਾਂਗੇ, ਜਿਹਦੇ ਵਿੱਚ ਆਪਾਂ ਕੁਐਸਚਨ ਨੰਬਰ 22 ਜਿਹੜਾ ਹੈਗਾ ਹੈ ਉਹਨੂੰ ਸਟਾਰਟ ਕਰਾਂਗੇ। ਆਈ ਹੋਪ ਕਿ ਹੁਣ ਤੱਕ ਜਿਹੜੇ ਵੀ ਤੁਸੀਂ ਟੌਪਿਕ ਕੀਤੇ ਹੋ ਤੁਹਾਨੂੰ ਸਮਝ ਲੱਗੇ ਹੋਣਗੇ। ਸੋ ਅਗਰ ਕੋਈ ਡਾਊਟ ਹੁੰਦਾ ਤਾਂ ਤੁਸੀਂ ਆਪਣਾ ਡਾਊਟ ਕਲੀਅਰ ਕਰ ਸਕਦੇ ਹੋ। ਸੋ ਪਹਿਲਾਂ ਆਪਾਂ ਸਟੇਟਮੈਂਟ ਦੇਖਦੇ ਹਾਂ। ਆਪਣੇ ਕੋਲੇ ਸਟੇਟਮੈਂਟ ਹੈਗੀ ਆ ਔਨ 1 ਜੁਲਾਈ 2020 ए ड्रॉ कर रहा बिल और बी नूं दे रहा है 2500 का बिल आ और ये दो बिल की अमाउंट आ जिहदे विच एक बिल हैगा 1500 का और वह टाइम जिहड़ा पीरियड हैगा 3 महीने आ और दूसरा बिल हैगा 1000 का जिहदे टाइम किन्ने आ 2 महीने आ। हुण बी जिहड़े वो बिल एक्सैप्ट कर लैंदा दोनों। फिर इंडोर्समेंट की जाती है 3 जुलाई नूं। इंडोर्स मतलब कि एक बिल किसी होर नूं भेज देना। ਹੁਣ ਇਹ ਇੰਡੋਰਸਮੈਂਟ ਏ ਦੁਆਰਾ ਕੀਤੀ ਜਾਂਦੀ ਆ 3 ਜੁਲਾਈ ਨੂੰ। ਪਹਿਲੇ ਬਿੱਲ ਆ ਜਿਹੜੇ ਯਾਨੀ ਕਿ ਜਿਹੜਾ 2500 ਵਾਲਾ 1500 ਵਾਲਾ ਬਿੱਲ ਆ ਜਿਹੜਾ ਉਹ ਇੰਡੋਰਸ ਕੀਤਾ ਜਾਂਦਾ ਹੈ ਸੀ ਨੂੰ, ਕਿਸੇ ਥਰਡ ਕ੍ਰੈਡੀਟਰ ਨੂੰ, ਔਰ ਪੂਰੀ ਸੈਟਲਮੈਂਟ ਕੀਤੀ ਜਾਂਦੀ ਉਹਦੇ ਅਕਾਊਂਟ ਦੇ ਵਿੱਚ। ਜਦੋਂ ਇੰਡੋਰਸਮੈਂਟ ਹੁੰਦੀ ਆ ਤਾਂ ਉਦੋਂ ਅਮਾਊਂਟ ਆ ਜਿਹੜੀ ਉਹ ਇੰਨੀ ਦਿੱਤੀ ਜਾਂਦੀ ਆ ਅਤੇ ਜਿਹੜਾ ਡਿਸਕਾਊਂਟ ਆ ਸੈਕਿੰਡ ਇੰਡੋਰਸਮੈਂਟ ਦੇ ਟਾਈਮ 1500 ਦੀ ਜਗ੍ਹਾ 'ਤੇ 1550 ਰੁਪਏ ਜਿਹੜੇ ਆ ਬਿੱਲ ਦੇ ਉਹ ਦਿੱਤੇ ਜਾਂਦੇ ਆ। ਨੈਕਸਟ ਆਪਣੇ ਕੋਲ ਆ ਜਾਂਦਾ ਡਿਸਕਾਊਂਟ। ਡਿਸਕਾਊਂਟ ਕੀਤਾ ਜਾਂਦਾ ਸੈਕਿੰਡ ਬਿੱਲ 4 ਜੁਲਾਈ ਨੂੰ ਬੈਂਕ ਦੇ ਵਿੱਚ 12% ਪਰ ਐਨਮ ਦੇ ਹਿਸਾਬ ਨਾਲ ਆਪਾਂ ਨੂੰ ਇੱਥੇ ਡਿਸਕਾਊਂਟ ਆ ਜਿਹੜਾ ਉਹ ਪੇ ਕੀਤਾ ਜਾਂਦਾ ਹੈ। ਔਰ ਜਿਹੜਾ ਫਸਟ ਬਿੱਲ ਆ ਉਹ ਪਹਿਲਾਂ ਮੈਚੋਰਿਟੀ 'ਤੇ ਪੇ ਹੋ ਜਾਂਦਾ, ਜਿਹੜਾ ਕਿ ਆਪਣੇ ਕੋਲ ਆਹ ਵਾਲਾ ਬਿੱਲ ਆ ਇਹ ਔਨ ਮੈਚੋਰਿਟੀ ਪੇ ਹੋ ਜਾਂਦਾ, ਬਟ ਜਿਹੜਾ ਸੈਕਿੰਡ ਬਿੱਲ ਆ ਉਹ ਡਿਸਓਨਰ ਹੋ ਜਾਂਦਾ, ਮਤਲਬ ਕਿ ਉਹ ਪੇਮੈਂਟ ਨਹੀਂ ਕਰ ਪਾਉਂਦੇ। ਤਾਂ ਜਦੋਂ ਬਿੱਲ ਡਿਸਓਨਰ ਹੋ ਜਾਂਦਾ ਤਾਂ 15 ਰੁਪਏ ਐਜ਼ ਆ ਨੋਟਿੰਗ ਚਾਰਜਿਸ ਆਪਾਂ ਨੂੰ ਦੇਣੇ ਪੈਂਦੇ ਆ, ਯਾਨੀ ਕਿ ਜਿਹੜੇ ਪਰਸਨ ਨੇ ਪੈਸੇ ਨਹੀਂ ਦਿੱਤੇ ਬੀ ਨੂੰ ਚਾਰਜਿਸ ਆ ਜਿਹੜੇ ਨੋਟਿੰਗ ਦੇ ਉਹ ਪੇ ਕਰਨੇ ਪੈਂਦੇ ਆ। ਔਰ ਨੈਕਸਟ ਆਪਣੇ ਕੋਲ ਸਟੇਟਮੈਂਟ ਦੇ ਵਿੱਚ 15 ਸਤੰਬਰ ਦੀ ਐਂਟਰੀ ਆ ਜਿਹਦੇ ਵਿੱਚ ਏ ਨੇ ਡਰॉ ਕੀਤਾ ਹੈ ਇੱਕ ਤੀਸਰਾ ਬਿੱਲ। ਇਹਦੇ ਵਿੱਚ 3 ਬਿੱਲ ਆ, ਪਹਿਲਾ 2 ਬਿੱਲ ਡਿਸਕਸ ਹੋਇਆ, ਹੁਣ ਤੀਸਰਾ ਬਿੱਲ ਇੱਥੇ ਡਰॉ ਹੋਇਆ ਏ ਦੁਆਰਾ ਬੀ ਨੂੰ, ਔਰ ਉਹ ਥਰਡ ਬਿੱਲ 3 ਮੰਥ ਦੇ ਲਈ ਹੈ ਔਰ ਅਮਾਊਂਟ ਹੈਗੀ ਆ ਏ ਵਾਲੀ 1045 1045 ਔਰ ਇਹ ਵੀ ਡਿਸਓਨਰ ਹੋ ਜਾਂਦਾ ਬਿੱਲ। ਦਿਸ ਬਿੱਲ ਇਜ਼ ਡਿਊਲੀ ਪੇਡ ਐਟ ਮੈਚੋਰਿਟੀ ਔਰ ਜਿਹੜਾ ਇਹ ਬਿੱਲ ਆ ਮੈਚੋਰਿਟੀ 'ਤੇ ਪੇ ਹੋ ਜਾਂਦਾ ਹੈ। ਸੋ ਇਹ ਆਪਣੀ ਸਟੇਟਮੈਂਟ ਸੀ। ਇਹਦੇ ਅਕੋਰਡਿੰਗ ਆਪਾਂ 2 ਪਰਸਨਸ ਦੀਆਂ ਬੁੱਕਸ ਦੇ ਵਿੱਚ ਐਂਟਰੀਜ਼ ਨੂੰ ਰਿਕਾਰਡ ਕਰਨਾ ਹੈ। ਫਸਟ ਐਂਟਰੀ ਆਪਣੇ ਕੋਲ ਹੋਊਗੀ ਇਨ ਦਾ ਬੁੱਕਸ ਆਫ ਏ, ਸੈਕਿੰਡ ਹੋਊਗਾ ਇਨ ਦਾ ਬੁੱਕਸ ਆਫ ਬੀ। ਸੋ ਆਪਣੀਆਂ ਐਂਟਰੀਜ਼ ਪਹਿਲਾਂ ਆਪਾਂ ਇਨ ਦਾ ਬੁੱਕਸ ਆਫ ਏ ਡਿਸਕਸ ਕਰਦੇ ਹਾਂ। ਸੋ ਫਸਟ ਐਂਟਰੀ ਆਪਣੀ ਹੋਏਗੀ ਇਨ ਦਾ ਬੁੱਕਸ ਆਫ ਏ। ਇਸ ਦੇ ਅਕੋਰਡਿੰਗ ਏ ਆ ਜਿਹੜਾ ਉਹ ਇਸ ਟਾਈਮ 'ਤੇ ਕੀ ਆ ਚੀਜ਼ਾਂ ਨੂੰ ਸੇਲ ਕਰ ਰਿਹਾ, ਠੀਕ ਹੈ। ਤਾਂ ਉਹ ਇਸ ਜਗ੍ਹਾ 'ਤੇ ਸੈਲਰ ਆ, ਯਾਨੀ ਕਿ ਉਹ ਇੱਕ ਡਰਾਅਰ ਦੀ ਪੋਜੀਸ਼ਨ ਦੇ ਵਿੱਚ ਸਟੈਂਡ ਕਰ ਰਿਹਾ। ਹੁਣ ਇਸ ਤੋਂ ਬਾਅਦ ਆਪਣੇ ਕੋਲ ਫਸਟ ਐਂਟਰੀ ਹੈਗੀ ਆ ਪਹਿਲੇ ਬਿੱਲ ਨੂੰ ਡਰਾਅ ਕਰਨ ਦੀ ਔਰ ਦੂਸਰੇ ਬਿੱਲ ਨੂੰ ਡਰਾਅ ਕਰਨ ਦੀ। ਜਦੋਂ ਬਿੱਲ ਡਰਾਅ ਕੀਤਾ ਜਾਏਗਾ ਏ ਦੁਆਰਾ ਤਾਂ ਦੋਨੋਂ ਬਿੱਲ ਇਕੱਠੇ ਡਰਾਅ ਕਰ ਰਿਹਾ। ਫਸਟ ਬਿੱਲ ਰਿਸੀਵੇਬਲ ਅਕਾਊਂਟ ਡੈਬਿਟ ਹੋ ਜਾਊਗਾ, ਫਿਰ ਜਿਹੜਾ ਸੈਕਿੰਡ ਬਿੱਲ ਆ 1000 ਦਾ ਉਹ ਅਕਾਊਂਟ ਡੈਬਿਟ ਹੋ ਜਾਊਗਾ ਔਰ ਇਹ ਦੋਨੋਂ ਬਿੱਲ ਭੇਜਣੇ ਕਿਹਨੂੰ ਆਪਾਂ ਬੀ ਨੂੰ ਭੇਜਣੇ ਆ। ਜਿਹੜਾ ਫਸਟ ਬਿੱਲ ਆ ਉਹ 2 ਮੰਥ ਦਾ ਹੈ, ਜਿਹੜਾ ਸੈਕਿੰਡ ਬਿੱਲ ਆ ਉਹ 3 ਮੰਥ ਦਾ ਹੈ। ਸੋ ਇਹਦੇ ਅਕੋਰਡਿੰਗ ਜਿਹੜਾ ਬਿੱਲ ਆਪਾਂ ਡਰਾਅ ਕੀਤਾ ਇੱਥੇ ਸੇਲ ਪਰਚੇਜ਼ ਦੀ ਐਂਟਰੀ ਨਹੀਂ ਹੋਣੀ, ਧਿਆਨ ਰੱਖਿਓ, ਕਿਉਂਕਿ ਇਹਦੇ ਵਿੱਚ ਆਪਾਂ ਨੂੰ ਇਹ ਚੀਜ਼ ਨਹੀਂ ਦੱਸੀ ਵੀ ਏ ਨੇ ਸੇਲ ਕੀਤਾ ਔਰ ਬੀ ਨੇ ਖਰੀਦਿਆ। ਸਿਰਫ ਆਪਾਂ ਨੂੰ ਬਿੱਲ ਡਰਾਅ ਕਰਨ ਦੀ ਹੀ ਜਿਹੜੀ ਸਟਾਰਟਿੰਗ ਤੋਂ ਹੀ ਦੱਸਿਆ ਹੋਇਆ ਉਹਨਾਂ ਨੇ ਕਿ ਬਿੱਲ ਨੂੰ ਡਰਾਅ ਕੀਤਾ ਗਿਆ ਹੈ। ਤਾਂ ਆਪਣੇ ਕੋਲ ਫਸਟ ਐਂਟਰੀ 1 ਜੁਲਾਈ ਦੀ ਆਊਗੀ ਕਿ ਜਦੋਂ ਬਿੱਲ ਡਰਾਅ ਹੋਇਆ ਏ ਵੱਲੋਂ ਡਰਾਅ ਹੋਇਆ ਬੀ ਨੂੰ ਭੇਜੇ ਗਏ ਆ। ਸੋ ਆਪਣੇ ਕੋਲੇ ਡੈਬਿਟ ਹੋ ਜਾਣਗੇ ਬਿੱਲ ਰਿਸੀਵੇਬਲ ਫਸਟ ਔਰ ਸੈਕਿੰਡ ਦੋਨੋਂ ਔਰ ਕ੍ਰੈਡਿਟ ਹੋ ਜਾਏਗਾ ਬੀ ਦਾ ਅਕਾਊਂਟ ਵਿਦ 2500 ਦੇ ਨਾਲ। ਐਂਟਰੀ ਆਪਣੇ ਕੋਲੇ ਹੈ ਔਰ ਸੈਕਿੰਡ ਐਂਟਰੀ ਆਪਣੇ ਕੋਲੇ ਆਉਂਦੀ ਆ ਜੋ ਬਿੱਲ ਜਿਹੜਾ ਫਸਟ ਬਿੱਲ ਸੀਗਾ 1500 ਵਾਲਾ ਉਹ ਆਪਾਂ ਕਿਸੇ ਥਰਡ ਪਰਸਨ ਯਾਨੀ ਕਿ ਸੀ ਨੂੰ ਇੰਡੋਰਸ ਕੀਤਾ। ਪਹਿਲਾਂ ਆਪਾਂ ਫਸਟ ਬਿੱਲ ਦੀ ਗੱਲ ਕਰਦੇ ਹਾਂ ਕਿਉਂਕਿ 3 ਜੁਲਾਈ ਨੂੰ 1 ਜੁਲਾਈ ਨੂੰ ਤਾਂ ਦੋਨੋਂ ਬਿੱਲ ਬਣਾ ਕੇ ਦਿੱਤੇ ਗਏ ਆ। ਫਿਰ 3 ਜੁਲਾਈ ਨੂੰ ਜਿਹੜਾ ਪਹਿਲਾ ਬਿੱਲ ਸੀਗਾ ਫਸਟ ਬਿੱਲ ਆਪਾਂ ਜੋ ਸਟੇਟਮੈਂਟ ਦੇ ਵਿੱਚ ਰੀਡ ਆਊਟ ਕੀਤਾ ਕਿ ਜਿਹੜਾ ਪਹਿਲਾ ਬਿੱਲ ਸੀਗਾ ਉਹਨੂੰ ਦੁਬਾਰਾ ਕਿਸੇ ਹੋਰ ਪਰਸਨ ਨੂੰ ਕੀ ਇੰਡੋਰਸ ਕੀਤਾ ਗਿਆ। ਹੁਣ ਇਹ ਜਿਹੜਾ ਬਿੱਲ ਇੰਡੋਰਸ ਹੋਇਆ ਉਹ ਕਿਹਦੇ 'ਤੇ ਹੋਇਆ ਡਿਸਕਾਊਂਟ 'ਤੇ ਇੰਡੋਰਸ ਹੋਇਆ, ਨਾ ਕਿ ਕਿਸੇ ਹੋਰ ਚੀਜ਼ 'ਤੇ। ਇਸ ਬਿੱਲ ਨੂੰ ਡਿਸਕਾਊਂਟ ਕਰਕੇ ਇੰਡੋਰਸਮੈਂਟ ਕੀਤਾ ਗਿਆ ਹੈ। ਹੁਣ ਇਹ ਜਿਹੜਾ ਡਿਸਕਾਊਂਟ ਹੈਗਾ ਹੈ
ਉਹ ਆਪਣੇ ਕੋਲੇ ਕਿੰਨਾ ਸੀਗਾ 15,000 ਦੀ ਤਾਂ ਆਪਣੇ ਕੋਲੇ ਫਸਟ ਬਿੱਲ ਦੀ ਅਮਾਊਂਟ ਆ। ਬਾਕੀ ਜਿਹੜਾ ਡਿਸਕਾਊਂਟ ਹੋਏਗਾ ਉਹ ਕਿੰਨਾ ਹੋਏਗਾ 50। ਤਾਂ ਇਹਦੇ ਉੱਪਰ ਆਪਾਂ ਜਿਹੜੇ ਹੁਣ ਸੀ ਨੂੰ ਜਿਹੜਾ ਦੇਣਾ ਵਾ ਬਿੱਲ ਡੈਬਿਟ ਹੋਣਾ ਹੈ ਉਹ ਕਿੰਨਾ ਹੋਊਗਾ 1550। ਨੋਰਮਲੀ ਆਪਾਂ ਇਹ ਚੀਜ਼ ਕਹਿ ਸਕਦੇ ਹਾਂ ਕਿ ਜੋ ਸਾਡੇ ਕੋਲੇ 1500 ਸੀਗਾ ਉਹਦੇ ਉੱਪਰ 12% ਦੇ ਹਿਸਾਬ ਨਾਲ, ਔਰ ਆਪਣੇ ਕੋਲੇ ਮੰਥ ਕਿੰਨੇ ਸੀਗੇ, ਇਹ 2 ਮੰਥ ਦੇ ਲਈ ਬਿੱਲ ਸੀਗਾ। ਸੋ ਉਹਦੇ ਅਕੋਰਡਿੰਗ ਆਪਣੇ ਕੋਲੇ ਕੀ ਹੈ ਇਹ ਅਮਾਊਂਟ ਆ ਜਿਹੜੀ ਆ ਜਾਏਗੀ। ਹੁਣ ਇਹ ਡਿਸਕਾਊਂਟ ਨੂੰ ਆਪਾਂ ਚਾਰਜ ਕੈਲਕੂਲੇਟ ਕਿਵੇਂ ਕਰਾਂਗੇ, ਤਾਂ ਇਹਨੂੰ ਕੈਲਕੂਲੇਟ ਕਰਨ ਦਾ ਆਪਣੇ ਕੋਲੇ ਬਿਲਕੁਲ ਆਸਾਨ ਸਿੱਧਾ ਤਰੀਕਾ ਹੋਊਗਾ ਕਿ ਜਿਹੜਾ ਆਪਣਾ ਫਸਟ ਬਿੱਲ ਸੀਗਾ ਉਹਦੀ ਅਮਾਊਂਟ ਕਿੰਨੀ ਸੀਗੀ ਆਪਣੇ ਕੋਲੇ 1500, ਪਰ ਆਪਾਂ ਨੂੰ ਉਹਨਾਂ ਨੇ ਸਟੇਟਮੈਂਟ ਵਿੱਚ ਦਿੱਤਾ ਕਿ ਜਿਹੜਾ ਸੀ ਨੂੰ ਇੰਡੋਰਸਮੈਂਟ ਹੋਈ ਹੈ ਉਹ ਪੂਰੀ ਸੈਟਲਮੈਂਟ ਹੋਈ ਹੈ ਅਕਾਊਂਟ ਦੇ ਵਿੱਚ, ਯਾਨੀ ਕਿ ਆਪਾਂ ਸੀ ਨੂੰ 1500 ਹੀ ਦੇਵਾਂਗੇ। ਜਿਹੜੇ ਆਹ 50 ਰੁਪਏ ਬਚਦੇ ਆ, ਆਹ ਜਿਹੜੀ ਵੈਲਿਊ ਬਚਦੀ ਆ ਆਪਣੇ ਕੋਲੇ 50 ਰੁਪਏ ਕੀ ਆ ਸੀ ਵਾਲੀ ਸਾਈਡ ਤੋਂ ਆਪਾਂ ਨੂੰ ਐਜ਼ ਅ ਡਿਸਕਾਊਂਟ ਉਹ ਚੀਜ਼ ਮਿਲੀ, ਯਾਨੀ ਕਿ ਸੀ ਆਪਣੀ ਤੋਂ 1550 ਲੈਣ ਦੀ ਬਜਾਏ 50 ਰੁਪਏ ਆਪਾਂ ਨੂੰ ਛੱਡ ਰਿਹਾ, ਆਪਾਂ ਸੀ ਨੂੰ ਕਿੰਨੇ ਦੇਣੇ ਆ ਜਸਟ ਓਨਲੀ 1500। ਸੋ ਇਹ ਜਿਹੜਾ ਆਪਣੇ ਕੋਲੇ ਬਚਿਆ ਕ੍ਰੈਡਿਟ ਹੋਇਆ ਡਿਸਕਾਊਂਟ ਉਹ ਐਜ਼ ਆ ਆਪਣੇ ਕੋਲੇ ਕੀ ਆ ਇਨਕਮ ਕ੍ਰੈਡਿਟ ਹੋਈ ਹੈ। ਮੋਸਟਲੀ ਆਪਣੇ ਕੋਲੇ 2 ਤਰ੍ਹਾਂ ਦੇ ਡਿਸਕਾਊਂਟ ਹੁੰਦੇ, ਇੱਕ ਡਿਸਕਾਊਂਟ ਹੁੰਦਾ ਡੈਬਿਟ, ਇੱਕ ਡਿਸਕਾਊਂਟ ਹੁੰਦਾ ਕ੍ਰੈਡਿਟ। ਜਿਹੜਾ ਡਿਸਕਾਊਂਟ ਡੈਬਿਟ ਹੁੰਦਾ ਉਹਨੂੰ ਆਪਾਂ ਐਕਸਪੈਂਸਿਸ ਕਾਊਂਟ ਕਰਦੇ ਹਾਂ ਕਿਉਂਕਿ ਉਹ ਡਿਸਕਾਊਂਟ ਇਸ ਕੰਪਨੀ ਵੱਲੋਂ ਜਾਂ ਇੱਕ ਪਰਸਨ ਦੁਆਰਾ ਦਿੱਤੇ ਜਾਂਦੇ ਆ। ਡੈਬਿਟ ਜਾਣੀ ਕਿ ਉਹ ਖਰਚਿਆਂ ਨੂੰ ਰਿਪਰੈਜ਼ੈਂਟ ਕਰਦਾ। ਜਿਹੜਾ ਡਿਸਕਾਊਂਟ ਕ੍ਰੈਡਿਟ ਹੁੰਦਾ ਉਹ ਇਨਕਮ ਨੂੰ ਰਿਪਰੈਜ਼ੈਂਟ ਕਰਦਾ। ਸੋ ਇਹ ਜਿਹੜਾ ਡਿਸਕਾਊਂਟ ਮੁੜਿਆ ਉਹ ਏ ਨੂੰ ਮੁੜ ਗਿਆ, ਵਾਪਸ ਮਿਲ ਗਿਆ ਏ ਨੂੰ। ਏ ਨੇ ਹੁਣ ਸੀ ਨੂੰ ਸਿਰਫ ਕਿੰਨਾ ਦੇਣਾ ਹੈ 1500 ਰੁਪਏ। ਟੋਟਲ ਅਮਾਊਂਟ 1550 ਹੈਗੀ ਸੀਗੀ ਜੋ ਬਿੱਲ ਉਹਨੇ ਪੇ ਕਰਨਾ ਸੀ, ਬਟ ਸੈਟਲਮੈਂਟ ਹੋਣ ਦੇ ਕਰਕੇ ਉਹਨੂੰ 1500 ਹੀ ਮਿਲੂਗਾ। ਔਰ ਆਪਣੀ ਪੂਰੀ ਐਂਟਰੀ ਆਊਗੀ ਸੀ ਅਕਾਊਂਟ ਡੈਬਿਟ ਟੂ ਫਸਟ ਬਿੱਲ ਰਿਸੀਵੇਬਲ ਅਕਾਊਂਟ 1500 ਔਰ ਡਿਸਕਾਊਂਟ ਅਕਾਊਂਟ ਜੋ ਕਿ ਆਪਣੀ 50 ਰੁਪਏ ਦੇ ਡਿਸਕਾਊਂਟ ਆ। ਔਰ ਨੈਕਸਟ ਆਪਣੇ ਕੋਲ ਆਊਗੀ ਜੁਲਾਈ ਦੀ ਬੈਂਕ ਦੇ ਜੁਲਾਈ 1 ਦੇ ਨਾਲ, ਜਿਹਦੇ ਵਿੱਚ ਆਪਣਾ ਜਿਹੜਾ ਅਕਾਊਂਟ ਸੈਕਿੰਡ ਜਿਹੜਾ ਬਿੱਲ ਸੀਗਾ ਉਹ ਡਿਸਓਨਰ ਹੋ ਜਾਂਦਾ। ਡਿਸਓਨਰ ਯਾਨੀ ਕਿ ਜਿਹੜੇ ਪਰਸਨ ਨੇ ਆਪਾਂ ਨੂੰ ਪੇਮੈਂਟ ਕਰਨੀ ਸੀ, ਜੋ ਇਹ ਬਿੱਲ ਹੈ ਸੈਕਿੰਡ ਜਿਹੜਾ 1 ਜੁਲਾਈ ਨੂੰ ਡਰॉ ਕੀਤਾ ਗਿਆ ਸੀ, ਹੁਣ ਇਹ ਬਿੱਲ ਜਿਹੜਾ ਡਿਸਓਨਰ ਹੋ ਗਿਆ ਸੀ। ਜੁਲਾਈ ਜਿਹੜਾ ਸੀਗਾ 1 ਦਾ ਉਹ ਡਿਸਓਨਰ ਹੋ ਗਿਆ ਸੀ। ਹੁਣ ਜਦੋਂ ਬਿੱਲ ਡਿਸਓਨਰ ਹੋ ਗਿਆ ਹੈ ਤਾਂ ਉਹਦੇ ਵਿੱਚ ਆਪਣੀ ਐਂਟਰੀ ਹੈ ਜਿਹੜੀ ਉਹ ਇਸ ਤਰ੍ਹਾਂ ਆਊਗੀ। ਔਰ ਆਪਾਂ ਨੂੰ ਇਹਨਾਂ ਨੇ ਇਹ ਚੀਜ਼ ਵੀ ਬੋਲਿਆ ਕਿ ਸਾਰੇ ਬਿੱਲ ਆ ਜਿਹੜੇ ਉਹ 12% ਡਿਸਕਾਊਂਟ ਨਾਲ ਇਸ਼ੂ ਕੀਤੇ ਗਏ ਸੀਗੇ। ਪਰ ਹੁਣ ਇਹਦੇ ਵਿੱਚ ਐਂਟਰੀ ਆਪਣੇ ਕੋਲ ਆਊਗੀ ਬੈਂਕ ਅਕਾਊਂਟ ਡੈਬਿਟ ਡਿਸਕਾਊਂਟ ਅਕਾਊਂਟ ਡੈਬਿਟ ਜੋ ਕਿ ਆਪਣੇ ਕੋਲੇ 20 ਰੁਪਏ ਦਾ ਬਣੂਗਾ। 1000 ਆਪਣੇ ਕੋਲੇ ਬਿੱਲ ਦੀ ਅਮਾਊਂਟ ਸੀ, 12% ਉਹਦੇ ਉੱਤੇ ਰੇਟ ਆਫ ਇੰਟਰਸਟ ਆ। ਔਰ 2 ਮਹੀਨਿਆਂ ਦਾ ਇਹ ਬਿੱਲ ਸੀਗਾ ਤਾਂ 2 ਮਹੀਨਿਆਂ ਦੇ ਲਈ ਜਿਹੜਾ ਚਾਰਜ ਕੀਤਾ ਜਾਊਗਾ ਇੰਟਰਸਟ ਡਿਸਕਾਊਂਟ ਰੇਟ, ਸੋ ਉਹ ਆਪਣੇ ਕੋਲੇ ਬਣ ਜਾਊਗਾ 20 ਰੁਪੀਜ਼। ਉਹ ਆਪਾਂ ਇੱਥੇ ਡਿਸਕਾਊਂਟ ਵਾਲੀ ਸਾਈਡ ਲਿਖਾਂਗੇ ਕਿ ਜਿਹੜਾ ਬਿੱਲ ਹੈ ਸੈਕਿੰਡ ਬਿੱਲ ਜਿਹੜਾ ਸੀਗਾ ਉਹ ਡਿਸਕਾਊਂਟ ਕੀਤਾ ਗਿਆ। ਹੁਣ ਜਿਹੜਾ ਡਿਸਓਨਰ ਦੀ ਐਂਟਰੀ ਆ ਉਹ ਇਸ ਤੋਂ ਬਾਅਦ ਪਊਗੀ। ਆਹ ਜਿਹੜੀ ਪਹਿਲੀ ਐਂਟਰੀ ਪਊਗੀ ਇਹ ਸਿਰਫ ਔਰ ਸਿਰਫ ਆਪਾਂ ਉਹ ਐਂਟਰੀ ਪਾਵਾਂਗੇ ਜਿਹਦੇ ਵਿੱਚ ਬਿੱਲ ਨੂੰ ਡਿਸਕਾਊਂਟ ਕੀਤਾ ਗਿਆ ਹੋਊਗਾ। ਸੈਕਿੰਡ ਜਿਹੜੀ ਐਂਟਰੀ ਪਾਵਾਂਗੇ ਉਹ ਉਹਦੀ ਪਾਵਾਂਗੇ ਜਿਹਦੇ ਵਿੱਚ ਬਿੱਲ ਕੀ ਹੋ ਗਿਆ ਡਿਸਓਨਰ ਹੋ ਜਾਊਗਾ। ਹਜੇ ਤਾਂ ਬਿੱਲ ਦੀ ਅਮਾਊਂਟ ਆ ਜਿਹੜੀ ਆਪਾਂ ਇੱਥੇ ਡਿਸਕਾਊਂਟ ਹੀ ਕਰਨਾ ਹੈ। ਸੋ ਆਪਣੀ ਜਿਹੜੀ ਐਂਟਰੀ ਬਣੂਗੀ ਬੈਂਕ ਅਕਾਊਂਟ ਡੈਬਿਟ ਡਿਸਕਾਊਂਟ ਜਿਹੜਾ 20 ਰੁਪੀਜ਼ ਬਣਦੇ ਉਹ ਦਿੱਤਾ ਜਾਊਗਾ ਕਿਹਦੇ ਉੱਪਰ ਸੈਕਿੰਡ ਬਿੱਲ ਦੇ ਉੱਪਰ। ਇਹ ਸਿਰਫ ਔਰ ਸਿਰਫ ਕੀ ਹੈ ਬਿੱਲ ਨੂੰ ਡਿਸਕਾਊਂਟ ਕਰਨ ਦੀ ਐਂਟਰੀ ਹੈ। ਹੁਣ ਇਸ ਤੋਂ ਬਾਅਦ ਆਪਣੇ ਕੋਲ ਆ ਜੂਗੀ ਬਿੱਲ ਨੂੰ ਜਦੋਂ ਬਿੱਲ ਆਪਣਾ ਐਕਚੁਅਲ ਦੇ ਵਿੱਚ ਡਿਸਓਨਰ ਹੋ ਜਾਂਦਾ। ਹੁਣ ਜਦੋਂ ਜਿਹੜੇ ਪਰਸਨ ਨੇ ਆਪਾਂ ਨੂੰ ਪੈਸੇ ਦੇਣੇ ਸੀ ਉਹਨੇ ਆਪਾਂ ਨੂੰ ਪੈਸੇ ਨਹੀਂ ਦਿੱਤੇ ਤਾਂ ਉਹਦੇ ਵਾਲੀ ਸਾਈਡ ਤੋਂ ਜਿਹੜਾ ਉਹਦਾ ਖੁਦ ਦਾ ਅਕਾਊਂਟ ਹੈ ਯਾਨੀ ਕਿ ਬੀ ਨੇ ਆਪਾਂ ਨੂੰ ਪੈਸੇ ਦੇਣੇ ਸੀ ਪਰ ਨਹੀਂ ਦਿੱਤੇ ਤਾਂ ਬੀ ਦਾ ਅਕਾਊਂਟ ਡੈਬਿਟ ਹੋ ਜਾਊਗਾ ਅਤੇ ਬੈਂਕ ਅਕਾਊਂਟ ਕੀ ਹੋ ਜਾਊਗਾ ਆਪਣੇ ਕੋਲੇ ਕ੍ਰੈਡਿਟ। ਆਪਣੇ ਕੋਲੇ 15 ਰੁਪਏ ਨੋਟਿੰਗ ਦੇ ਚਾਰਜਿਸ ਵੀ ਆ। ਸੋ ਆਪਾਂ ਜਿਹੜੇ ਚਾਰਜਿਸ ਆ ਉਹ ਐਡ ਕਰਾਂਗੇ। 1000 ਸਾਡੀ ਵੈਸੇ ਟੋਟਲ ਵੈਲਿਊ ਸੀ, 15 ਰੁਪਏ ਨੋਟਿੰਗ ਦੇ ਚਾਰਜਿਸ ਆ ਤਾਂ ਆਪਣੇ ਕੋਲੇ 1015 ਜਿਹੜਾ ਬਣਿਆ ਉਹ ਇੱਥੇ ਲਿਖਣਾ ਹੈ ਕਿ ਵਿਦ ਨੋਟਿੰਗ ਚਾਰਜਿਸ ਸਾਡਾ ਜਿਹੜਾ ਬਿੱਲ ਆ ਉਹ ਪੂਰੀ ਤਰ੍ਹਾਂ ਡਿਸਓਨਰ ਹੋ ਗਿਆ, ਮੈਚੋਰਿਟੀ ਟਾਈਮ 'ਤੇ ਪੇਮੈਂਟ ਨਹੀਂ ਹੋਈ। ਜਿਹੜੀ ਇੱਥੇ ਤਰੀਕ ਲਿਖਣੀ ਆ ਉਹ 2 ਮਹੀਨੇ ਬਾਅਦ ਸਤੰਬਰ 4 ਆਏਗੀ। ਫਿਰ ਆਪਣੇ ਕੋਲੇ ਨੈਕਸਟ ਆ ਜਾਂਦਾ ਹੈ ਸਤੰਬਰ 5 ਦੀ, ਜਿਹਦੇ ਵਿੱਚ ਆਪਾਂ ਇਹ ਦੱਸਣਾ ਹੈ ਕਿ ਜਿਹੜਾ ਬਿੱਲ ਸੀਗਾ ਉਹਨੂੰ ਕੀ ਆ ਜਿਹੜਾ ਨੈਕਸਟ ਉਹਨਾਂ ਨੇ ਬਿੱਲ ਸੀਗਾ ਜਿਹੜਾ ਉਹਦੇ ਉੱਪਰ ਇੰਟਰਸਟ ਕੈਲਕੂਲੇਟ ਕਰਨਾ ਹੈ ਜਦੋਂ ਵੀ ਬਿੱਲ ਨੂੰ ਰੀਨਿਊ ਕੀਤਾ ਜਾਊਗਾ। ਆਪਾਂ ਨੂੰ ਉਹਨਾਂ ਨੇ ਦੱਸਿਆ ਸੀਗਾ ਕਿ ਥਰਡ ਇੱਕ ਬਿੱਲ ਹੈ ਜਿਹੜਾ ਉਹ 5 ਸਤੰਬਰ ਨੂੰ ਰੀਨਿਊ ਦੁਬਾਰਾ ਬਣਾ ਕੇ ਦਿੱਤਾ ਗਿਆ ਸੀਗਾ। ਔਰ ਇਹ ਬਿੱਲ ਸੀਗਾ ਜਿਹੜਾ ਉਹ 3 ਮਹੀਨਿਆਂ ਦੇ ਲਈ ਬਣਾ ਕੇ ਦਿੱਤਾ ਗਿਆ ਸੀਗਾ। ਔਰ 1045 ਦਾ ਜਿਹੜਾ